ਸੀਡਸ ਆਫਰ ਸੈਵਰਲ ਐਡਵਾਂਟੇजेस ਟੂ ਐਂਜੀਓਸਪਰਮਸ। ਜਿਹੜੇ ਸੀਡਸ ਨੇ ਉਹਨਾਂ ਕਰਕੇ ਨਾ ਐਂਜੀਓਸਪਰਮਸ ਨੂੰ ਬਹੁਤ ਸਾਰੀਆਂ ਐਡਵਾਂਟੇजेस ਮਿਲਦੀਆਂ ਨੇ। ਬਲੈਕ ਕਲਰ ਇਟ ਇਜ਼, ਸੌਰੀ। Firstly, since reproductive processes such as pollination and fertilization are independent of water, seed formation is more dependable. ਜਿਹੜੇ ਹੁਣ ਐਂਜੀਓਸਪਰਮਸ ਦੀ ਗੱਲ ਕਰਦੇ ਹੈ ਨਾ, ਉਹਨਾਂ ਦੇ ਵਿੱਚ ਜਿਹੜੀ ਪੋਲੀਨੇਸ਼ਨ ਆ ਹੈ ਨਾ, ਟ੍ਰਾਂਸਫਰ ਆਫ ਦਾ ਗੈਮੀਟ, male gamete to the ovary to the stigma of the ovary, to the stigma of the pistil, ਉਹਨਾਂ ਨੂੰ ਪੋਲੀਨੇਸ਼ਨ ਕਹਿੰਦੇ ਆ ਹੈ ਨਾ। ਇਹ ਵਾਟਰ ਦੇ ਉੱਪਰ ਡਿਪੈਂਡ ਨਹੀਂ ਕਰਦੀ, ਸਿਰਫ ਤੇ ਸਿਰਫ 30 ਹੀ ਜੈਨਰਾਂ ਨੇ ਮੋਨੋਕੋਟਸ ਤੇ ਜਿਨ੍ਹਾਂ ਦੇ ਵਿੱਚ ਵਾਟਰ ਡਿਪੈਂਡੇਬਲ ਫॉर ਪੋਲੀਨੇਸ਼ਨ ਹੁੰਦੀ ਆ, ਔਰ ਕੈਨ ਸੀ ਹਾਈਡਰੋਫਿਲੀ ਹੁੰਦੀ ਹੈ ਨਾ। ਤਾਂ ਫਿਰ ਬਹੁਤ ਸਾਰੇ ਆਪਾਂ ਕਹਿ ਸਕਦੇ ਹਾਂ ਕਾਫੀ ਬਹੁਤ ਹੀ ਐਂਜੀਓਸਪਰਮਸ ਹੈਗੇ ਆ ਜਿਨ੍ਹਾਂ ਦੇ ਵਾਟਰ ਦੇ ਉੱਪਰ ਡਿਪੈਂਡ ਨਹੀਂ ਕਰਦੀ ਪੋਲੀਨੇਸ਼ਨ ਹੈ ਨਾ। ਅਤੇ ਫਰਟੀਲਾਈਜੇਸ਼ਨ ਵੀ ਡਿਪੈਂਡ ਨਹੀਂ ਕਰਦੀ ਵਾਟਰ ਦੇ ਉੱਪਰ, ਕਿਉਂਕਿ ਨਹੀਂ ਉਹਨੂੰ ਵਾਟਰ ਨਹੀਂ ਚਾਹੀਦਾ ਹੈ ਨਾ, ਉਹ ਪੋਲਨ ਟਿਊਬ ਜਰਮੀਨੇਸ਼ਨ ਹੁੰਦੀ ਹੈ ਉਹਦੇ ਥਰੂ ਐਗ ਤੱਕ ਪਹੁੰਚ ਜਾਂਦਾ ਹੈਗਾ ਜਦੋਂ ਸਟਿਗਮਾ ਦੇ ਉੱਪਰ ਪਹੁੰਚ ਜਾਂਦਾ ਹੈ ਨਾ। ਫਿਰ ਬਟ ਜਿਹੜੀ ਸੀਡ ਦੀ ਫਾਰਮੇਸ਼ਨ ਆ ਉਹ ਡਿਪੈਂਡ ਕਰਦੀ ਹੈ ਵਾਟਰ ਦੇ ਉੱਪਰ। ਹਾਲਾਂਕਿ ਪੋਲੀਨੇਸ਼ਨ ਅਤੇ ਫਰਟੀਲਾਈਜੇਸ਼ਨ ਵਰਗੀਆਂ ਜਿਹੜੀਆਂ ਕੀ ਕਹਿ ਸਕਦੇ ਆ ਵਰਗੇ ਜਿਹੜੇ ਪ੍ਰੋਸੈਸਿਸ ਨੇ ਉਹ ਵਾਟਰ ਇੰਡੀਪੈਂਡੈਂਟ ਨੇ, ਬਟ ਜਿਹੜੀ ਸੀਡ ਫਾਰਮੇਸ਼ਨ ਹੈ ਉਹ ਬਹੁਤ ਡਿਪੈਂਡੇਬਲ ਆ। Also, seeds have better adaptive strategies for dispersal to new habitats and help the species to colonize in other areas. ਠੀਕ ਹੈ, ਅਤੇ ਸੀਡਸ ਜਿਹੜੇ ਆ ਉਹਨਾਂ ਨੇ ਕੀ ਹੈ ਕਾਫੀ ਸਾਰੀਆਂ ਸਟ੍ਰੈਟਜੀਜ਼ ਅਡੈਪਟ ਕੀਤੀਆਂ ਹੋਈਆਂ ਨੇ ਜਿਹਦੇ ਨਾਲ ਉਹ ਕਿ ਨਵੇਂ ਹੈਬੀਟੈਟਸ ਤੱਕ ਵੀ ਡਿਸਪਰਸ ਹੋ ਸਕਦੇ ਆ। ਠੀਕ ਹੈ, ਅਤੇ ਉੱਥੇ ਇੱਕ ਨਵੇਂ ਹੈਬੀਟੈਟ ਦੇ ਵਿੱਚ ਸਪੀਸ਼ੀਜ਼ ਨੂੰ ਕੋਲੋਨਾਈਜ਼ ਕਰ ਸਕਦੇ ਆ। ਫੋਰ ਐਗਜ਼ਾਮਪਲ, ਹੇਅਰ ਇਜ਼ ਪਲਾਟ A ਐਂਡ ਹੇਅਰ ਇਜ਼ ਪਲਾਟ B ਐਂਡ ਦੇਅਰ ਇਜ਼ ਅ ਲੋਟ ਆਫ ਡਿਸਟੈਂਸ ਬਿਟਵੀਨ ਦੈਮ। ਇੱਥੇ ਪਲਾਟ A ਦੇ ਵਿੱਚ ਕੁਝ ਸਪੀਸ਼ੀਜ਼ ਆਪਾਂ ਨੂੰ ਐਕਸ ਦੇਖਣ ਨੂੰ ਮਿਲਦੀ ਆ ਹੈ ਨਾ, ਐਕਸ ਸਪੀਸ਼ੀਜ਼ ਦੇਖਣ ਨੂੰ ਮਿਲਦੀ ਆ, ਅਤੇ ਬੀ ਦੇ ਵਿੱਚ ਵਾਈ ਸਪੀਸ਼ੀਜ਼ ਦੇਖਣ ਨੂੰ ਮਿਲਦੀ ਆ, ਰਾਈਟ। ਅਤੇ ਜਦੋਂ ਇਹਨਾਂ ਦੀ ਸੀਡਸ ਬਣ ਸੀਡ ਫਾਰਮੇਸ਼ਨ ਹੋ ਗਈ ਤਾਂ ਉਹ ਥਰੂ ਵੇਰੀਅਸ ਪ੍ਰੋਸੈਸਿਸ, ਠੀਕ ਹੈ, ਜਿਹੜੀ ਸੀਡ ਡਿਸਪਰਜ਼ਲ ਆ, ਠੀਕ ਹੈ, ਜਿਵੇਂ ਮੇਲ ਗਮੀਟ ਟ੍ਰਾਂਸਫਰ ਹੁੰਦਾ ਨਾ ਕਾਫੀ ਵੇਰੀਅਸ ਤਰੀਕਿਆਂ ਨਾਲ, ਉੱਦਾਂ ਸੀਡ ਡਿਸਪਰਜ਼ਲ ਵੀ ਕਾਫੀ ਤਰੀਕੇ ਨਾਲ ਹੁੰਦੀ ਹੈ। ਇਟ ਕੁਡ ਬੀ ਥਰੂ ਏਅਰ, ਠੀਕ ਹੈ, ਇਟ ਕੁਡ ਬੀ ਥਰੂ ਦ ਬਲਾਸਟ ਆਫ ਦਾ ਫਰੂਟ, ਠੀਕ ਹੈ, ਐਂਡ ਵਾਟਰ ਦੇ ਥਰੂ ਵੀ ਹੋ ਸਕਦੀ ਹੈ ਸੀਡ ਡਿਸਪਰਜ਼ਲ, ਲਾਈਕ ਯੂ ਕੈਨ ਸੀ ਕੋਕੋਨਟਸ ਦੇ ਵਿੱਚ ਹੁੰਦੀ ਹੈ, ਰਾਈਟ। ਐਂਡ ਸੀਡ ਡਿਸਪਰਜ਼ਲ ਦੇ ਵੇਰੀਅਸ ਵੇਜ਼ ਨੇ। ਕਿਸੇ ਐਨੀਮਲ ਦੇ ਉੱਪਰ ਸੀਡ ਚਿਪਕ ਕੇ ਉਹ ਐਨੀਮਲ ਦੂਜੀ ਜਗ੍ਹਾ ਉੱਪਰ ਲੋਕੋਮੋਟ ਕੀਤਾ, ਉਹਦੇ ਥਰੂ ਵੀ ਜਿਹੜੇ ਸੀਡਸ ਨੇ ਉਹ ਡਿਸਪਰਸ ਹੋ ਸਕਦੇ ਆ, ਠੀਕ ਹੈ। ਸੋ ਦੇਰ ਆਰ ਮੈਨੀ ਵੇਜ਼ ਆਫ ਸੀਡ ਡਿਸਪਰਜ਼ਲ, ਠੀਕ ਹੈ, ਲਾਈਕ ਯੂ ਕੈਨ ਸੇ ਪੋਲੀਨੇਸ਼ਨ। ਅਤੇ ਫਿਰ ਐਕਸ ਸਪੀਸ਼ੀਜ਼ ਦੇ ਸੀਡਸ ਜਿਹੜੇ ਆ ਉਹ ਇੱਥੋਂ ਕਿਸੇ ਵੀ ਮੀਡੀਅਮ ਦੇ ਥਰੂ ਪਲਾਟ B ਤੱਕ ਪਹੁੰਚ ਕੇ ਅਤੇ ਇੱਥੇ ਉਹਨੂੰ ਫੇਵਰੇਬਲ ਕੰਡੀਸ਼ਨਸ ਮਿਲ ਗਏ, ਠੀਕ ਹੈ। ਪਲਾਟ B ਦੇ ਵਿੱਚ ਪਹਿਲਾਂ ਐਕਸ ਸਪੀਸ਼ੀਜ਼ ਨਹੀਂ ਸੀ, ਬਟ ਹੁਣ ਉਹਨੂੰ ਸੀਡ ਡਿਸਪਰਜਨ ਹੋਣ ਕਰਕੇ ਉੱਥੇ ਤੱਕ ਫੇਵਰੇਬਲ ਕੰਡੀਸ਼ਨਸ ਮਿਲਣ ਕਰਕੇ ਐਕਸ ਸਪੀਸ਼ੀਜ਼ ਆਪਾਂ ਨੂੰ ਇੱਥੇ ਵੀ ਮਿਲੂਗੀ। ਸਿਮਿਲਰਲੀ ਵਾਈ ਸਪੀਸ਼ੀਜ਼ ਦੇ ਵੀ ਆਪਾਂ ਨੂੰ ਇੱਥੇ ਪਲਾਟ A ਦੇ ਵਿੱਚ ਮਿਲ ਸਕਦੀ ਆ, ਰਾਈਟ। ਤਾਂ ਆਪਾਂ ਕਹਿ ਸਕਦੇ ਹਾਂ ਸੀਡ ਡਿਸਪਰਜ਼ਲ ਦੇ ਕਾਰਨ, ਠੀਕ ਹੈ, ਸੀਡ ਡਿਸਪਰਜ਼ਲ ਟੂ ਦ ਨਿਊ ਹੈਬੀਟੈਟਸ, ਉਹਦੇ ਕਾਰਨ ਜਿਹੜੀ ਉਹ ਸਪੀਸ਼ੀਜ਼ ਸੀਗੀ ਉਹ ਕੀ ਹੈ ਇੱਕ ਨਵੇਂ ਏਰੀਆ ਦੇ ਵਿੱਚ ਕੋਲੋਨਾਈਜ਼ ਹੋ ਸਕਦੀ ਆ, ਰਾਈਟ, ਉੱਥੇ ਆਪਦਾ ਰਾਜ ਜਮਾ ਸਕਦੀ ਆ। As they have sufficient food reserves, young seedlings are nourished until they are capable of photosynthesis on their own, ਠੀਕ ਹੈ, ਕਿਉਂਕਿ ਜਿਹੜੀਆਂ ਯੰਗ ਸੀਡਲਿੰਗਸ ਹੁੰਦੀਆਂ ਨੇ ਉਹਨਾਂ ਦੇ ਕੋਲ ਸਫੀਸ਼ੀਐਂਟ ਫੂਡ ਰਿਜ਼ਰਵ ਹੁੰਦੇ ਆ ਇਨ ਦ ਫਾਰਮ ਆਫ ਕੋਟਿਲੀਡਨ, ਰਾਈਟ। ਕੋਟਿਲੀਡਨ ਕੀ ਆ, ਇਟ ਇਜ਼ ਦ ਫੂਡ ਰਿਜ਼ਰਵ, ਠੀਕ ਹੈ, ਫॉर ਦ ਡਿਵੈਲਪਮੈਂਟ ਆਫ ਦ ਸੀਡ, ਹੈ ਨਾ। ਤਾਂ ਕਰਕੇ ਜਿਹੜੇ ਯੰਗ ਸੀਡਲਿੰਗਸ ਹੁੰਦੇ ਆ ਉਦੋਂ ਤੱਕ ਉਹਨਾਂ ਨੂੰ ਨਰਿਸ਼ਮੈਂਟ ਪ੍ਰੋਵਾਈਡ ਮਿਲਦੀ, ਉਹਨਾਂ ਨੂੰ ਨਰਿਸ਼ਮੈਂਟ ਉਦੋਂ ਤੱਕ ਮਿਲਦੀ ਆ ਜਦ ਤੱਕ ਉਹ ਖੁਦ ਫੋਟੋਸਿੰਥੇਸਾਈਜ਼ ਕਰਕੇ ਫੋਟੋਸਿੰਥੇਸਿਸ ਪਰਫੋਰਮ ਕਰਕੇ ਆਪਦਾ ਫੂਡ ਖੁਦ ਨਹੀਂ ਬਣਾ ਸਕਦੀ, ਠੀਕ ਆ। ਪਹਿਲਾਂ ਆਪਾਂ ਨੇ ਦੇਖਿਆ ਸੀਗਾ ਕਿ ਜਦੋਂ ਐਮਬ੍ਰਿਓ ਐਗ ਬਣਦਾ ਤਾਂ ਉਹਦੇ ਵਿੱਚ ਐਗ ਨੂੰ ਕੌਣ ਨਰਿਸ਼ਮੈਂਟ ਪ੍ਰੋਵਾਈਡ ਕਰਦਾ, ਠੀਕ ਹੈ, ਐਗ ਨੂੰ ਕੌਣ ਨਰਿਸ਼ਮੈਂਟ, ਵੈਸੇ ਉਹ ਸਾਇਨਰਜਿਸ ਉਹਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਦੇ ਆ ਅਤੇ ਵਿਦ ਦ ਹੈਲਪ ਆਫ ਕੌਣ ਪ੍ਰੋਵਾਈਡ ਕਰਦੇ, ਵਿਦ ਦ ਹੈਲਪ ਆਫ ਨਿਊਸੈਲਸ, ਠੀਕ ਹੈ। ਨਿਊਸੈਲਸ ਦੇ ਥਰੂ ਐਮਬ੍ਰਿਓ ਐਗ ਨੂੰ ਜਿਹੜੀ ਨਰਿਸ਼ਮੈਂਟ ਪ੍ਰੋਵਾਈਡ ਹੁੰਦੀ ਹੈ। ਐਂਡ ਇੱਥੇ ਵੀ ਨਿਊਸੈਲਸ ਖਤਮ ਹੋ ਸਕਦਾ,
ਠੀਕ ਹੈ। ਪਰ ਫਰਟੀਲਾਈਜੇਸ਼ਨ ਤੋਂ ਬਾਅਦ ਵੈਸੇ ਵੀ ਨਿਊਸੈਲਸ ਡੀਜਨਰੇਟ ਹੋ ਜਾਂਦਾ, ਬਟ ਕਈ ਪਲਾਂਟਸ ਇੱਦਾਂ ਹੁੰਦੇ ਜਿਹਦੇ ਵਿੱਚ ਨਿਊਸੈਲਸ ਪਰਸਿਸਟ ਕਰਦਾ। ਬੀਟ ਐਂਡ ਬਲੈਕ ਪੈਪਰ ਆਪਾਂ ਨੇ ਦੇਖਿਆ ਹੈ ਨਾ। ਫਿਰ ਆਪਾਂ ਨੇ ਦੇਖ ਲਿਆ, ਚਲੋ ਐਗ ਨੂੰ ਕੌਣ ਪ੍ਰੋਵਾਈਡ ਕਰਦਾ ਨਰਿਸ਼ਮੈਂਟ, ਅਤੇ ਦੂਜੇ ਪਾਸੇ ਐਗ ਦੇ ਨਾਲ ਕਿਹਨੇ ਫਰਟੀਲਾਈਜ਼ ਕਰਨਾ ਹੁੰਦਾ, ਮੇਲ ਗਮੀਟ ਨੇ। ਮੇਲ ਗਮੀਟ ਨੂੰ ਕੌਣ ਨਰਿਸ਼ਮੈਂਟ ਪ੍ਰੋਵਾਈਡ ਕਰ ਰਿਹਾ ਹੁੰਦਾ ਗਾ, ਵੈਜੀਟੇਟਿਵ ਸੈੱਲ, ਰਾਈਟ। ਪੋਲਨ ਦੇ ਵਿੱਚ ਵੈਜੀਟੇਟਿਵ ਸੈੱਲ ਨੂੰ ਤੇ ਮੇਲ ਗਮੀਟ ਹੁੰਦਾ, ਅਤੇ ਮੇਲ ਗਮੀਟ ਨੂੰ ਨਰਿਸ਼ਮੈਂਟ ਵੈਜੀਟੇਟਿਵ ਸੈੱਲ ਪ੍ਰੋਵਾਈਡ ਕਰਦਾ ਹੈਗਾ, ਠੀਕ ਹੈ, ਜਦ ਤੱਕ ਉਹ ਆਪਦੀ ਵਾਇਬਿਲਿਟੀ ਨੂੰ ਲੋਸ ਨਹੀਂ ਕਰ ਦਿੰਦਾ, ਠੀਕ ਹੈ। ਜਾਂ ਫਿਰ ਜਦ ਤੱਕ ਤੁਸੀਂ ਕਹਿ ਸਕਦੇ ਹੋ ਉਹ ਫਰਟੀਲਾਈਜ਼ ਨਹੀਂ ਹੋ ਜਾਂਦਾ। ਫਿਰ ਉਹ ਤੋਂ ਬਾਅਦ ਐਗ ਤੋਂ ਬਣਦਾ ਹੈਗਾ ਜ਼ਾਈਗੋਟ। ਜ਼ਾਈਗੋਟ ਨੂੰ ਕੌਣ ਨਰਿਸ਼ਮੈਂਟ ਪ੍ਰੋਵਾਈਡ ਕਰਦਾ, ਐਂਡੋਸਪਰਮ। ਪਹਿਲਾਂ ਐਂਡੋਸਪਰਮ ਦੀ ਡਿਵੈਲਪਮੈਂਟ ਹੁੰਦੀ ਹੈ, ਉਦੋਂ ਬਾਅਦ ਐਂਬਰੀਓ ਦੀ ਡਿਵੈਲਪਮੈਂਟ ਸ਼ੁਰੂ ਹੁੰਦੀ ਹੈ, ਜਦੋਂ ਐਂਡੋਸਪਰਮ ਡਿਵੈਲਪ ਹੋ ਜਾਂਦਾ ਫੁੱਲੀ। ਬਿਕੋਜ਼ ਐਂਡੋਸਪਰਮ ਦਾ ਕੰਮ ਕੀ ਆ, ਐਂਬਰੀਓ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਨਾ। ਉਹਦੇ ਬਾਅਦ ਚਲੋ ਐਂਡੋਸਪਰਮ ਬਣ ਗਿਆ, ਠੀਕ ਹੈ। ਉਹਦੇ ਬਾਅਦ ਓਵਿਊਲ ਤੋਂ ਕੌਣ ਬਣ ਗਿਆ, ਓਵਿਊਲ ਤੋਂ ਬਣ ਗਿਆ ਸੀਡ, ਰਾਈਟ। ਅਤੇ ਫਿਰ ਸੀਡ ਨੂੰ ਕੌਣ ਨਰਿਸ਼ਮੈਂਟ ਪ੍ਰੋਵਾਈਡ ਕਰਦਾ, ਸੀਡ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਦੇ ਆ ਕੋਟਿਲੀਡਨਸ, ਠੀਕ ਹੈ। ਕੋਟਿਲੀਡਨਸ ਦਾ ਕੰਮ ਹੁੰਦਾ ਹੈਗਾ ਸੀਡ ਨੂੰ, ਡਿਵੈਲਪਿੰਗ ਸੀਡਲਿੰਗ ਨੂੰ, ਸੌਰੀ ਯੰਗ ਸੀਡਲਿੰਗ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਨਾ, ਓਕੇ। ਉਹ ਉਦੋਂ ਤੱਕ ਨਰਿਸ਼ਮੈਂਟ ਪ੍ਰੋਵਾਈਡ ਕਰਦਾ ਜਦੋਂ ਤੱਕ ਉਹ ਕਿਤੇ ਸਹੀ ਸਬਸਟ੍ਰੇਟ ਦੇ ਉੱਪਰ ਆ ਨਹੀਂ ਜਾਂਦਾ, ਜਦ ਤੱਕ ਉਹਨੂੰ ਫੇਵਰੇਬਲ ਕੰਡੀਸ਼ਨਸ ਨਹੀਂ ਮਿਲ ਜਾਂਦੀਆਂ ਖੁਦ ਉਹ ਕਰਨ ਦੀਆਂ, ਖੁਦ ਗਰੋ ਕਰਨ ਦੀਆਂ, ਠੀਕ ਹੈ। ਜਦੋਂ ਤੱਕ ਉਹ ਪਲਾਂਟ ਦੇ ਵਿੱਚ ਗਰੋ ਨਹੀਂ ਹੋ ਜਾਂਦਾ, ਠੀਕ ਹੈ। ਔਰ ਯੂ ਕੈਨ ਸੇ ਪਲਾਂਟਲੈਟ ਦੇ ਵਿੱਚ ਗਰੋ ਨਹੀਂ ਹੁੰਦਾ, ਕਿਉਂਕਿ ਪਲਾਂਟਲੈਟ ਵੀ ਤਾਂ ਉਹ ਕਰ ਸਕਦਾ ਫੋਟੋਸਿੰਥੇਸਿਸ। ਬੀਇੰਗ products of sexual reproduction, they generate new genetic combinations leading to variations। ਕਿਉਂਕਿ ਜਿਹੜੇ ਸੀਡਸ ਨੇ ਉਹ ਕਿਤੋਂ ਬਾਅਦ ਬਣਦੇ ਆ, ਸੈਕਸ਼ੂਅਲ ਰਿਪਰੋਡਕਸ਼ਨ ਤੋਂ ਬਾਅਦ ਬਣਦੇ ਆ, ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸੀਡਸ ਨੇ ਉਹ ਸੈਕਸ਼ੂਅਲ ਰਿਪਰੋਡਕਸ਼ਨ ਦੇ ਪ੍ਰੋਡਕਟ ਨੇ, ਠੀਕ ਹੈ। ਕਿਉਂਕਿ ਉਹ ਸੈਕਸ਼ੂਅਲ ਰਿਪਰੋਡਕਸ਼ਨ ਦੇ ਪ੍ਰੋਡਕਟ ਨੇ, ਤਾਂ ਆਪਾਂ ਨੂੰ ਪਤਾ ਹੈ ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਕੀ ਹੁੰਦੇ ਆ, ਦੋ ਅਲੱਗ ਅਲੱਗ ਜੀਨੋਟਾਈਪਸ ਦੇ ਪੈਰੈਂਟਸ ਜਿਹੜੇ ਆ ਉਹ ਕੰਬਾਈਨ ਕਰਕੇ ਇੱਕ ਨਵਾਂ ਵੇਰੀਏਸ਼ਨ ਬਣਾਉਂਦੇ ਆ। ਅਤੇ ਸਿਮਿਲਰਲੀ ਇਹਦੇ ਵਿੱਚ ਵੀ ਹੋਊਗਾ, ਸੀਡ ਦੇ ਵਿੱਚ ਕੀ ਆਪਾਂ ਨੂੰ ਜੈਨੇਟਿਕ ਕੰਬੀਨੇਸ਼ਨਸ ਦੇਖਣ ਨੂੰ ਮਿਲਦੇ ਨੇ, ਠੀਕ ਹੈ, ਜਿਹਦੇ ਕਰਕੇ ਆਪਾਂ ਨੂੰ ਵੇਰੀਏਸ਼ਨਸ ਦੇਖਣ ਨੂੰ ਮਿਲਦੀਆਂ ਨੇਗੀਆਂ। ਸੀਡ ਇਜ਼ ਦ ਬੇਸਿਸ ਆਫ ਆਰ ਐਗਰੀਕਲਚਰ। ਆਪਣੇ ਐਗਰੀਕਲਚਰ ਦਾ ਬੇਸਿਸ ਸੀਡ ਹੀ ਆ। ਜੇ ਸੀਡ ਨਹੀਂ ਹੋਊਗਾ ਤਾਂ ਆਪਾਂ ਕਿਹਨੂੰ ਬੋ ਕੇ ਅੱਗੇ ਪਲਾਂਟ ਗਰੋ ਕਰਾਂਗੇ, ਹੈ ਨਾ। ਤਾਂ ਫਿਰ ਆਪਾਂ ਨੂੰ ਕੋਈ ਚੀਜ਼ ਸੋ ਕਰਨ ਲਈ ਹੋਊਗੀ ਨਹੀਂ, ਅਤੇ ਅੱਗੇ ਪਲਾਂਟਸ ਜਿਹੜੇ ਆ ਗਰੋ ਹੀ ਨਹੀਂ ਕਰਨੇ, ਤਾਂ ਫਿਰ ਆਪਾਂ ਸਰਵਾਈਵ ਕਾਹਦੇ ਉੱਪਰ ਕਰਾਂਗੇ, ਹੈ ਨਾ। ਡੀਹਾਈਡਰੇਸ਼ਨ ਐਂਡ ਡੋਰਮੈਂਸੀ ਆਫ ਮੈਚਿਓਰ ਸੀਡਸ ਆਰ ਕਰੂਸ਼ੀਅਲ for storage of seeds which can be used as food throughout the year and also to raise crop in the next season। ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਦੋਂ ਮੈਂ ਕਿਹਾ ਸੀਗਾ ਕਿ 10 to 15% ਮੋਇਸਚਰ ਜਿਹੜਾ ਹੈ ਬਾਇਮਾਸ ਸੀਡ ਲੋਸ ਕਰ ਦਿੰਦਾ ਹੈਗਾ, ਜਿਹਦੇ ਕਰਕੇ ਉਹ ਡੋਰਮੈਂਟ ਸਟੇਜ ਦੇ ਵਿੱਚ ਵੀ ਜਾ ਸਕਦਾ, ਹੈ ਨਾ। ਜਾਂ ਉਹਦਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ, ਬਟ ਮੋਸਟ ਆਫ ਦਾ ਟਾਈਮ ਉਹ ਬਿਲਕੁਲ ਡੋਰਮੈਂਟ ਸਟੇਜ ਦੇ ਵਿੱਚ ਚਲ ਜਾਂਦਾ ਹੈਗਾ, ਠੀਕ ਆ। ਅਤੇ ਇਹ ਜਿਹੜੇ ਪ੍ਰੋਸੀਜਰਸ ਨੇ, ਜਿਹੜੇ ਸਟੈਪਸ ਨੇ, ਇਹ ਕੀ ਆ, ਕਾਫੀ ਜ਼ਿਆਦਾ ਕਰੂਸ਼ੀਅਲ ਨੇ, ਠੀਕ ਹੈ। ਆਪਣੇ ਲਈ ਵੀ ਕਾਫੀ ਜ਼ਿਆਦਾ ਇਹ ਜਿਹੜੀ ਚੀਜ਼ਾਂ ਨੇ ਉਹ ਯੂਜ਼ਫੁਲ ਨੇ। ਉਦੋਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀਗਾ ਕਿ ਜਿੱਦਾਂ ਹੁਣ ਝੋਨਾ ਵੱਢਿਆ ਗਿਆ, ਹੈ ਨਾ, ਤਾਂ ਫਿਰ ਅਗਲੇ ਸੀਜ਼ਨ ਦੇ ਵਿੱਚ ਆਪਾਂ ਝੋਨਾ ਕਿੱਦਾਂ ਲਾਵਾਂਗੇ, ਰਾਈਟ। ਅਤੇ ਇਹਨਾਂ ਦੇ ਕਰਕੇ, ਡੀਹਾਈਡਰੇਸ਼ਨ ਅਤੇ ਡੋਰਮੈਂਸੀ ਕਰਕੇ ਆਪਾਂ ਇਹ ਸਭ ਕਰਨ ਦੇ ਕੈਪੇਬਲ ਹਾਂ, ਠੀਕ ਹੈ। ਡੀਹਾਈਡਰੇਸ਼ਨ ਅਤੇ ਡੋਰਮੈਂਸੀ ਦੇ ਕਰਕੇ ਜਿਹੜੇ ਮੈਚਿਓਰ ਸੀਡਸ ਨੇ ਉਹਨਾਂ ਨੂੰ ਆਪਾਂ ਸਟੋਰ ਕਰ ਸਕਦੇ ਹਾਂ, ਠੀਕ ਹੈ। ਅਤੇ ਉਹਨਾਂ ਨੂੰ ਅਗਲੇ ਸੀਜ਼ਨ ਦੇ ਵਿੱਚ ਕ੍ਰੋਪ ਉਗਾਉਣ ਦੇ ਲਈ ਯੂਜ਼ ਕਰ ਸਕਦੇ ਆ, ਜਾਂ ਫਿਰ ਐਜ਼ ਅ ਫੂਡ ਥਰੂ ਆਊਟ ਦਾ ਈਅਰ। ਜਿੱਦਾਂ ਕਿ ਕਣਕ ਆ, ਹੈ ਨਾ, ਝੋਨਾ ਆ, ਉਹ ਸੀਡ ਹੀ ਹੁੰਦੇ ਆ, ਠੀਕ ਹੈ। ਉਹਨਾਂ ਨੂੰ ਆਪਾਂ ਚੌਲ ਬਣਾਉਣੇ ਆ, ਕਣਕ ਦਾ ਆਟਾ, ਗੇਹੂੰ, ਠੀਕ ਹੈ। ਜੇ ਕੋਈ ਗੇਹੂੰ ਕਹਿੰਦਾ ਮੈਂ ਉਹਨੂੰ ਦੱਸਦਾ ਵੀਟ, ਠੀਕ ਹੈ, ਕਣਕ। ਉਹਨਾਂ ਨੂੰ ਆਪਾਂ ਕੀ ਕਰਦੇ ਹਾਂ, ਉਹਦਾ ਆਟਾ ਬਣਾਉਣੇ ਆ, ਜਿਹਨੂੰ ਆਪਾਂ ਥਰੂ ਆਊਟ ਦੀ ਈਅਰ ਐਜ਼ ਅ ਫੂਡ ਯੂਜ਼ ਕਰਦੇ ਹਾਂ, ਕਰ ਸਕਦੇ ਨਹੀਂ, ਕਰਦੇ ਹਾਂ। ਡੰਗਰਾਂ ਨੂੰ ਵੀ ਪਾਇਆ ਜਾਂਦਾ ਐਜ਼ ਅ ਦਾਣਾ, ਹੈ ਨਾ, ਦਾਣੇ ਦੇ ਤੌਰ 'ਤੇ ਉਹਨੂੰ ਡੰਗਰਾਂ ਨੂੰ ਪਾਇਆ ਜਾਂਦਾ ਆਟੇ ਨੂੰ। ਅਤੇ ਹੋਰ ਵੀ ਦਲੀਆ ਬਣਦਾ ਗਾ ਐਜ਼ ਅ ਫੂਡ। ਆਪਾਂ ਵੇਰੀਅਸ ਫੇਜ਼ ਦੇ ਵਿੱਚ ਆਪਾਂ ਸੀਡਸ ਨੂੰ ਕੰਜ਼ਿਊਮ ਕਰਦੇ ਹਾਂ, ਠੀਕ ਹੈ। ਹਾਲਾਂਕਿ ਉਹ ਸਾਰਾ ਹੀ ਹੁੰਦਾ ਹੈਗਾ, ਉਹ ਛੋਟਾ ਜਿਹਾ ਵਿੱਚ ਹੀ ਉਹਦੇ ਫਰੂਟ ਹੁੰਦਾ, ਵਿੱਚ ਹੀ ਉਹਦੇ ਸੀਡ ਹੁੰਦਾ, ਸਭ ਕੁਛ। ਕੈਨ ਯੂ ਇਮੈਜਿਨ agriculture in the absence of seeds or in the presence of seeds, ਠੀਕ ਹੈ। ਕੀ ਤੁਸੀਂ ਇਮੇਜਿਨ ਕਰ ਸਕਦੇ ਹੋ ਐਗਰੀਕਲਚਰ ਇਨ ਦ ਐਬਸੈਂਸ ਆਫ ਸੀਡਸ? ਓਬਵੀਅਸਲੀ ਨਾਟ। ਆਪਾਂ ਐਗਰੀਕਲਚਰ ਕਰ ਹੀ ਨਹੀਂ ਪਾਵਾਂਗੇ ਜੇ ਸੀਡਸ ਨਹੀਂ ਹੋਣਗੇ, ਹੈ ਨਾ। ਕਿਉਂਕਿ ਸਾਰੇ ਤਾਂ ਜਿਹੜੇ ਪਲਾਂਟਸ ਨੇ ਉਹ ਵੈਜੀਟੇਟਿਵ ਬੇਸ ਦੇ ਨਾਲ ਨਹੀਂ ਉਹ ਕਰਦੇ, ਹੈ ਨਾ, ਗਰੋ ਕਰਦੇ। ਅਤੇ ਜੇ ਸੀਡਸ ਨਹੀਂ ਹੋਣਗੇ ਫਿਰ ਆਪਾਂ ਜਿਹੜੇ ਪਲਾਂਟਸ ਵੈਜੀਟੇਟਿਵ ਬੇਸ ਦੇ ਨਾਲ ਨਹੀਂ ਗਰੋ ਕਰਦੇ, ਹੈ ਨਾ।
ਲਾਈਕ ਵੀਟ ਹੋ ਗਿਆ ਹੈ ਨਾ। ਆਪਾਂ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਕਿਵੇਂ ਗਰੋ ਕਰਾਂਗੇ ਹੈ ਨਾ। ਕੰਜ਼ਿਊਮ ਤੋਂ ਬਾਅਦ ਦੀ ਗੱਲ ਹੈ, ਗਰੋ ਹੀ ਕਿੱਦਾਂ ਕਰਾਂਗੇ। Or in the presence of seeds which germinate straight away after the formation and cannot be stored। ਠੀਕ ਹੈ, ਜਾਂ ਇਹ ਜਿਹੀ ਸੀਡਸ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੇ ਉਹਦੀ ਦੀ ਉਹਦੀ ਜਰਮੀਨੇਟ ਹੋ ਜਾਂਦੇ ਆ, ਜਿਵੇਂ ਜਿਵੇਂ ਆਪਾਂ ਜਿਵੇਂ ਉਹ ਫਾਰਮ ਹੁੰਦੇ ਆ ਉਦੋਂ ਹੀ ਉਹ ਜਰਮੀਨੇਟ ਹੋ ਸਕਦੇ ਆ, ਉਦੋਂ ਲੰਬਾ ਸਮਾਂ ਉਹ ਨਹੀਂ ਕੱਟ ਸਕਦੇ ਹੈ ਨਾ। ਅਤੇ ਸਟੋਰ ਵੀ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਵਿੱਚ। ਉਹਦੇ ਵਿੱਚ ਤੁਸੀਂ ਕਿੱਦਾਂ ਪ੍ਰੈਜ਼ੈਂਸ ਦੇ ਵਿੱਚ ਐਗਰੀਕਲਚਰ ਨੂੰ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ, ਕਿਉਂਕਿ ਸਟਰੇਟ ਅਵੇ ਲਾਈਕ ਮੈਂ ਤੁਹਾਨੂੰ ਦੱਸਿਆ ਹੁਣ ਝੋਨਾ ਵੱਢਿਆ ਗਿਆ ਹੈ ਨਾ। 15 ਦਿਨ ਪਹਿਲਾਂ ਝੋਨਾ ਵੱਢਿਆ ਗਿਆ, ਅਕਤੂਬਰ ਚੱਲ ਰਿਹਾ। ਅਗਰ ਕੋਈ ਵੀਡੀਓ ਬਾਅਦ ਦੇ ਵਿੱਚ ਦੇਖ ਰਿਹਾ, ਮੈਂ ਤੁਹਾਨੂੰ ਦੱਸਦਾ ਇਟ ਇਜ਼ 30 ਅਕਤੂਬਰ ਟੂਡੇ। ਠੀਕ ਹੈ, ਅਤੇ ਹੁਣ ਕਣਕ ਵੀ ਬੀਜੀ ਗਈ ਹੈ ਲੋਕਾਂ ਦੀ, ਅਤੇ ਝੋਨਾ ਵੱਢਿਆ ਗਿਆ ਹੈਗਾ। ਜੇ ਹੁਣੇ ਹੀ ਜਿਹੜਾ ਰਾਈਸ ਹੈ ਨਾ, ਉਹਨੂੰ ਜੇ ਆਪਾਂ ਹੁਣ ਸਟੋਰ ਨਾ ਕਰਕੇ ਰੱਖ ਸਕਦੇ ਹੁੰਦੇ ਆ ਨਾ ਅਗਲੇ ਸੀਜ਼ਨ ਤੱਕ, ਅਗਲੇ ਸਾਲ ਤੱਕ, ਅਤੇ ਉਹਨੂੰ ਸਿਰਫ ਹੁਣੇ ਹੀ ਬੋ ਸਕਦੇ ਹੁੰਦੇ, ਤਾਂ ਦੋ ਆਪਾਂ ਨੂੰ ਮੇਨ ਨੁਕਸਾਨ ਹੋਣੇ ਸੀ। ਪਹਿਲੀ ਗੱਲ ਤਾਂ ਆਪਾਂ ਹੁਣ ਕਣਕ ਨਹੀਂ ਬੋ ਸਕਦੇ ਹੁੰਦੇ, ਅਤੇ ਆਪਾਂ ਕਣਕ ਨਹੀਂ ਸੋ ਕਰ ਸਕਦੇ ਹੁੰਦੇ। ਅਤੇ ਦੂਜੀ ਗੱਲ ਇਹ ਕਿ ਹੁਣ ਝੋਨੇ ਦਾ ਸੀਜ਼ਨ ਵੀ ਨਹੀਂ ਹੈਗਾ। ਝੋਨੇ ਨੂੰ ਬੀਜਣ ਲਈ ਬਹੁਤ ਜ਼ਿਆਦਾ ਹਿਊਮਿਡਿਟੀ ਵਗੈਰਾ ਚਾਹੀਦੀ ਹੈ ਨਾ, ਅਤੇ ਉਹ ਤਾਂ ਆਪਾਂ ਨੂੰ ਸਿਰਫ ਅਤੇ ਸਿਰਫ ਗਰਮੀਆਂ ਦੇ ਵਿੱਚ ਮਿਲਦੀ ਆ। ਇਸ ਕਰਕੇ ਝੋਨੇ ਦਾ ਸੀਜ਼ਨ ਹੀ ਨਹੀਂ ਹੈਗਾ, ਤਾਂ ਝੋਨੇ ਜਰਮੀਨੇਟ ਹੀ ਨਹੀਂ ਕਰਨਾ ਸੀਗਾ। ਅਗਰ ਆਪਾਂ ਨੂੰ ਸੋ ਵੀ ਕਰ ਦਿੰਦੇ ਇਸ ਸੀਜ਼ਨ ਦੇ ਵਿੱਚ, ਉਹ ਜਰਮੀਨੇਟ ਹੀ ਨਹੀਂ ਕਰਨਾ ਸੀਗਾ, ਉਹਨੂੰ ਫੇਵਰੇਬਲ ਕੰਡੀਸ਼ਨਸ ਹੀ ਨਹੀਂ ਮਿਲਣੀਆਂ ਸੀਗੀਆਂ। ਠੀਕ ਹੈ, ਅਤੇ ਅਗਰ ਆਪਾਂ ਸਟੋਰ ਵੀ ਨਾ ਕਰ ਸਕਦੇ ਹੁੰਦੇ ਰਾਈਟ। ਹੁਣ ਆਪਾਂ ਨੇ ਜਿੱਦਾਂ ਝੋਨਾ ਹੈ ਨਾ, ਕਾਫੀ ਆਪਾਂ ਮੰਡੀਆਂ ਦੇ ਵਿੱਚ ਦੇ ਕੇ ਆਏ ਹਾਂ, ਅਤੇ ਕਾਫੀ ਘਰੇ ਵੀ ਰੱਖਿਆ ਜਾਂਦਾ ਕਹਾਣੀ ਕਢਾਉਣ ਦੇ ਲਈ ਹੈ ਨਾ। ਕਹਾਣੀ ਤਾਂ ਸੋਰੀ ਤੇਲ ਦੀ ਨਿਕਲਦੀ ਹੈ ਚੌਲ ਕਢਾਉਣ ਦੇ ਲਈ। ਠੀਕ ਹੈ, ਜੇ ਆਪਾਂ ਉਹਨੂੰ ਸਟੋਰ ਨਾ ਕਰ ਸਕਦੇ ਹੁੰਦੇ ਤਾਂ ਆਪਾਂ ਚੌਲ ਨੂੰ ਕਿੱਦਾਂ ਕੰਜ਼ਿਊਮ ਕਰ ਸਕਦੇ ਹੁੰਦੇ ਹੈ। ਚੌਲ ਆਪਾਂ ਖਾ ਹੀ ਨਹੀਂ ਸਕਦੇ ਸੀ, ਰਾਈਟ। ਤਾਂ ਆਪਾਂ ਇਸ ਐਗਰੀਕਲਚਰ ਨੂੰ ਸੀਡਸ ਦੀ ਐਬਸੈਂਸ ਦੇ ਵਿੱਚ, ਜਾਂ ਫਿਰ ਇਹ ਜਿਹੇ ਸੀਡਸ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੇ ਉਹਦੀ ਜਰਮੀਨੇਟ ਕਰ ਸਕਦੇ ਆ, ਜਿਹੜੇ ਸਟੋਰ ਨਹੀਂ ਹੋ ਸਕਦੇ, ਆਪਾਂ ਨੂੰ ਐਗਰੀਕਲਚਰ ਨੂੰ ਇਮੇਜਿਨ ਹੀ ਨਹੀਂ ਕਰ ਸਕਦੇ। ਐਗਰੀਕਲਚਰ ਪੋਸੀਬਲ ਹੀ ਨਹੀਂ ਹੋਣਾ ਸੀਗਾ। How long do the seeds remain alive after they are dispersed? ਠੀਕ ਹੈ, ਹੁਣ ਇਹ ਕੁਐਸਚਨ ਆਉਂਦਾ ਕਿ ਕਿੰਨਾ ਚਿਰ ਸੀਡਸ ਜਿਹੜੇ ਉਹ ਜਿਉਂਦੇ ਰਹਿੰਦੇ ਆ ਜਦੋਂ ਉਹ ਡਿਸਪਰਸ ਹੋ ਜਾਂਦੇ ਉਦੋਂ ਬਾਅਦ। ਠੀਕ ਹੈ, ਜਦ ਤੱਕ ਉਹਨਾਂ ਦਾ ਜਿਹੜਾ ਯੂ ਕੈਨ ਸੇ ਰਿਜ਼ਰਵ ਫੂਡ ਮਟੀਰੀਅਲ ਉਹਨਾਂ ਦੇ ਕੋਲ ਹੈਗਾ, ਜਦ ਤੱਕ ਉਹ ਪਰਸਿਸਟ ਕਰੂਗਾ ਉਦੋਂ ਤੱਕ ਹੀ ਦੇ ਸਕਦੇ ਆ। ਠੀਕ ਹੈ, ਜਦੋਂ ਉਹਨਾਂ ਨੂੰ ਖਾਣਾ ਹੀ ਨਹੀਂ ਮਿਲਿਆ ਤਾਂ ਉਹ ਕਿੱਦਾਂ ਜਾਣਗੇ। ਠੀਕ ਹੈ, ਹਾਲਾਂਕਿ ਇਹ ਜਿਹੜਾ ਪੀਰੀਅਡ ਆ ਬਹੁਤ ਗ੍ਰੇਟਲੀ ਵੇਰੀ ਕਰਦਾ। ਕੁਝ ਸੀਡਸ ਕੁਝ ਮਹੀਨੇ ਹੀ ਜਿਉ ਸਕਦੇ ਆ, ਅਤੇ ਕੁਝ ਸੀਡਸ ਹਜ਼ਾਰਾਂ ਸਾਲ ਵੀ ਜਿਉ ਸਕਦੇ ਆ। ਠੀਕ ਹੈ, ਡਿਪੈਂਡਿੰਗ ਅਪੋਨ ਦ ਸਪੀਸ਼ੀਜ਼ ਟੂ ਸਪੀਸ਼ੀਜ਼। ਠੀਕ ਹੈ, ਵੇਰੀਜ਼ ਫਰੋਮ ਸਪੀਸ਼ੀਜ਼ ਟੂ ਸਪੀਸ਼ੀਜ਼। ਠੀਕ ਹੈ, ਦਿਸ ਪੀਰੀਅਡ ਅਗੇਨ ਵੈਰੀਜ਼ ਗ੍ਰੇਟਲੀ। ਠੀਕ ਹੈ, ਬਹੁਤ ਗ੍ਰੇਟਲੀ ਵੇਰੀ ਕਰਦਾ, ਮਤਲਬ ਕਿੰਨੇ ਸਮੇਂ ਲਈ ਇਹ ਜਿਉ ਸਕਦੇ ਬਹੁਤ ਵੇਰੀ ਕਰਦਾ। ਇਨ ਅ ਫਿਊ ਸਪੀਸ਼ੀਜ਼ ਦ ਸੀਡਸ ਲੌਸ ਵਾਇਬਿਲਿਟੀ ਵਿਦਿਨ ਅ ਫਿਊ ਮੰਥਸ। ਠੀਕ ਹੈ, ਸਿਰਫ ਕੁਛ ਠੀਕ ਹੈ ਫਿਊ ਦੇ ਵਿੱਚ, ਫਿਊ ਸਪੀਸ਼ੀਜ਼ ਦੇ ਵਿੱਚ ਜਿਹੜੇ ਸੀਡਸ ਨੇ ਉਹ ਕੀ ਕੁਝ ਮਹੀਨਿਆਂ ਦੇ ਅੰਦਰ ਹੀ ਆਪਦੀ ਵਾਇਬਿਲਿਟੀ ਲੌਸ ਕਰ ਦਿੰਦੇ ਆ। ਮਤਲਬ ਜੇ ਮੰਨ ਲਓ ਕੋਈ ਸੀਡ ਜਿਹੜਾ ਸਿਰਫ 4 ਮਹੀਨੇ ਹੀ ਜਿਉ ਸਕਦਾ, ਜੇ ਉਹਨੂੰ ਆਪਾਂ 4 ਮਹੀਨੇ ਦੇ ਅੰਦਰ ਅੰਦਰ ਸੋ ਕਰਾਂਗੇ ਤਾਂ ਹੀ ਉਹ ਜਰਮੀਨੇਟ ਕਰੂਗਾ। ਜੇ ਆਪਾਂ 5 ਮਹੀਨਿਆਂ ਬਾਅਦ ਉਹਨੂੰ ਸੋ ਕਰਾਂਗੇ ਤਾਂ ਜਰਮੀਨੇਟ ਨਹੀਂ ਕਰੂਗਾ। ਠੀਕ ਹੈ, ਬਿਕੋਜ਼ ਇਟ ਇਜ਼ ਡੈਡ ਨਾਓ। ਸੀਡਸ ਆਫ ਅ ਲਾਰਜ ਨੰਬਰ ਆਫ ਸਪੀਸ਼ੀਜ਼ ਲਿਵ ਡੋਰਮੈਂਸੀ ਅਤੇ ਡੈਥ ਦੇ ਵਿੱਚ ਡਿਫਰੈਂਸ ਹੁੰਦਾ। ਠੀਕ ਹੈ, ਇਹ ਯਾਦ ਰੱਖਣਾ। ਸੀਡਸ ਆਫ ਅ ਲਾਰਜ ਨੰਬਰ ਆਫ ਸਪੀਸ਼ੀਜ਼ ਲਿਵ ਫॉर ਸੈਵਰਲ ਈਅਰਸ, ਬਟ ਕਾਫੀ ਜ਼ਿਆਦਾ ਸਪੀਸ਼ੀਜ਼ ਦੇ ਜਿਹੜੇ ਸੀਡਸ ਨੇ ਉਹ ਕੀ ਹੈ ਕਾਫੀ ਸਾਲ ਰਹਿ ਸਕਦੇ ਆ। ਠੀਕ ਹੈ, ਸਿਰਫ ਕੁਝ ਹੀ ਸਪੀਸ਼ੀਜ਼ ਨੇ ਜਿਨ੍ਹਾਂ ਦੇ ਕੁਝ ਮੰਥਸ ਰਹਿ ਸਕਦੇ ਆ, ਬਟ ਕਾਫੀ ਜ਼ਿਆਦਾ ਸਪੀਸ਼ੀਜ਼ ਦੇ ਜਿਹੜੇ ਸੀਡਸ ਨੇ ਉਹ ਕਾਫੀ ਸਾਲ ਜਿਉ ਸਕਦੇ ਆ। ਉਹ ਕਹਿੰਦੇ ਸਾਡੀ ਬਹੁਤ ਲੰਬੀ ਜ਼ਿੰਦਗੀ। ਠੀਕ ਹੈ, some seeds can remain alive for hundreds of years। ਠੀਕ ਹੈ, ਕੁਝ ਸੀਡਸ ਜਿਹੜੇ ਆ 100 ਸਾਲ ਜਿਉ ਸਕਦੇ ਆ। there are several records of very old yet viable seeds। ਠੀਕ ਹੈ, ਕਾਫੀ ਸਾਰੇ ਰਿਕਾਰਡਸ ਵੀ ਨੇ, ਕਾਫੀ ਪੁਰਾਣੇ ਸੀਡਸ ਲੱਭੇ ਗਏ ਆ, ਬਟ ਉਹ ਵਾਇਬਲ। ਠੀਕ ਹੈ, ਬਟ ਵਾਇਬਲ ਮਤਲਬ ਜਰਮੀਨੇਟ ਹੋਣ ਦੇ ਕੈਪੇਬਲ ਸੀਡਸ। ਠੀਕ ਹੈ, ਬਟ ਕਾਫੀ ਪੁਰਾਣੇ, ਮਤਲਬ ਕਿ ਹਜ਼ਾਰ ਸਾਲਾਂ ਪੁਰਾਣੇ ਵੀ ਸੀਡਸ ਜਿਹੜੇ ਆ ਆਪਾਂ ਨੇ ਪਾਏ ਨੇ। ਠੀਕ ਹੈ, ਪਾਏ ਗਏ ਨੇ ਜਿਹੜੇ ਹਜੇ ਵੀ ਜਰਮੀਨੇਟ ਕਰਨ ਦੀ ਕੈਪੇਬਿਲਿਟੀ ਰੱਖਦੇ। ਠੀਕ ਹੈ, ਦ ਓਲਡੈਸਟ ਇਜ਼ ਦੈਟ ਆਫ ਅ ਲਿਊਪਾਈਨ। ਠੀਕ ਹੈ, ਸਭ ਤੋਂ ਪੁਰਾਣਾ ਹੈਗਾ ਕਾ ਲਿਊਪਾਈਨ। ਲਿਊਪਾਈਨਸ Lupinus arcticus excavated from Arctic tundra। ਠੀਕ ਹੈ, ਸਭ ਤੋਂ ਓਲਡੈਸਟ ਰੈਕਡ ਹੈਗਾ ਕਾ ਲਿਊਪਾਈਨ ਦਾ। ਠੀਕ ਹੈ, ਮਤਲਬ ਸਭ ਤੋਂ ਆਪਣੇ ਇਹੋ ਜਿਹਾ ਸੀਡ ਦੇ ਜਿਹੜਾ ਆਪਾਂ ਲੱਭਿਆ ਵੀ ਜਿਹੜਾ ਸਭ ਤੋਂ
ਵੱਧ ਸਾਲਾਂ ਤੋਂ ਪਿਆ ਹੋਵੇ ਬਟ ਹਜੇ ਵੀ ਵਾਇਬਲ ਹੋਵੇ, ਉਹ ਹੈਗਾ ਗਾ ਲੁਪਾਈਨਸ ਆਰਕਟਿਕਸ। ਠੀਕ ਹੈ, ਤੇ ਕਿੱਥੋਂ ਮਿਲਿਆ ਸੀ? ਆਰਕਟਿਕ ਤੁੰਦਰਾ ਚੋਂ ਮਿਲਿਆ ਸੀ। ਦ ਸੀਡ ਜਰਮੀਨੇਟਡ ਐਂਡ ਫਲਾਵਰਡ ਆਫਟਰ ਐਨ ਐਸਟੀਮੇਟਡ ਰੈਕਡ ਆਫ 10,000 ਈਅਰਸ ਆਫ ਡੋਰਮੈਂਸੀ। ਠੀਕ ਹੈ, ਸੀਡ ਜਰਮੀਨੇਟ ਵੀ ਹੋਇਆ, ਉਹਦੇ ਫਲਾਵਰ ਵੀ ਉੱਗੇ ਆਫਟਰ ਐਨ ਐਸਟੀਮੇਟਡ ਰੈਕਡ ਆਫ 10,000 ਈਅਰਸ ਆਫ ਡੋਰਮੈਂਸੀ। ਮਤਲਬ ਉਹ 10,000 ਸਾਲਾਂ ਤੋਂ ਇੱਦਾਂ ਹੀ ਸੀਗਾ, ਉਹ ਜਰਮੀਨੇਟ ਨਹੀਂ ਕੀਤਾ ਸੀਗਾ, ਤੇ 10,000 ਸਾਲਾਂ ਬਾਅਦ ਜਦੋਂ ਪਾਇਆ ਗਿਆ ਤਾਂ ਉਹਨੂੰ ਬੋਇਆ ਗਿਆ, ਉਹਨੂੰ ਫੇਵਰੇਬਲ ਕੰਡੀਸ਼ਨਸ ਪ੍ਰੋਵਾਈਡ ਕਰੇ ਗਏ ਤਾਂ ਸੀਡ ਜਰਮੀਨੇਟ ਵੀ ਕੀਤਾ ਤੇ ਉਹਦੇ ਫਲਾਵਰ ਵੀ ਉੱਗੇ। ਠੀਕ ਹੈ, ਸਭ ਤੋਂ ਓਲਡੈਸਟ ਕਿਹਦਾ? ਲੁਪਾਈਨਸ ਆਰਕਟਿਕਸ। ਤੇ ਕਿੱਥੇ ਮਿਲਿਆ ਸੀ? ਆਰਕਟਿਕ ਤੁੰਦਰਾ ਦੇ ਵਿੱਚ ਮਿਲਿਆ ਸੀ। ਅ ਰੀਸੈਂਟ record of 2,000 years old viable seed is of the date palm Phoenix dactylifera, discovered during the archaeological excavation at King Herod's place near the Dead Sea। ਤੇ ਸਭ ਤੋਂ ਰੀਸੈਂਟ ਰਿਕਾਰਡ ਹੈਗਾ ਗਾ, ਮਤਲਬ ਸਭ ਤੋਂ ਆਪਣੇ ਹੁਣੀ ਪਾਇਆ ਹੋਵੇ ਕੋਈ ਸੀਡ ਜਿਹੜਾ ਕਿ ਬਹੁਤ ਪੁਰਾਣਾ ਹੋਵੇ। ਠੀਕ ਹੈ, ਉਹ ਹੈਗਾ ਗਾ 2,000 ਸਾਲ ਪੁਰਾਣਾ ਵਾਇਬਲ ਸੀਡ। ਠੀਕ ਹੈ, ਤੇ ਉਹ ਕਿਹਦਾ ਸੀਗਾ? ਡੇਟ ਪਾਮ ਦਾ। ਉਹਦਾ ਨਾਮ ਦਿੱਤਾ ਹੈਗਾ ਸਾਇੰਟੀਫਿਕ ਨੇਮ ਫਿਨਿਕਸ ਡੈਕਟਾਈਲੀਫੈਰਾ। ਠੀਕ ਹੈ, ਤੇ ਕਿੱਥੇ ਮਿਲਿਆ ਸੀ? ਆਰਕੋਲੋਜੀਕਲ ਐਕਸਕੇਵੇਸ਼ਨ ਵੇਲੇ ਮਿਲਿਆ ਸੀਗਾ ਕਿੰਗ ਹੈਰੋਡਸ ਪੈਲੇਸ ਦੇ ਵਿੱਚ। ਤੇ ਕਿੱਥੇ ਪ੍ਰੈਜ਼ੈਂਟ ਹੈ? ਡੈਡ ਸੀ ਦੇ ਕੋਲੇ ਪ੍ਰੈਜ਼ੈਂਟ ਆ। ਇਹ ਯਾਦ ਰੱਖਣਾ, ਇੱਥੇ ਕੁਐਸਚਨ ਆਉਂਦੇ ਆ। ਸਭ ਤੋਂ ਓਲਡੈਸਟ ਹੈਗਾ ਗਾ ਲਿਓਪਾਈਨ ਦਾ, ਲਿਓਪਾਈਨਸ ਆਰਕਟਿਕਸ, ਜਿਹੜਾ ਕਿ ਕਿੱਥੇ ਮਿਲਿਆ ਸੀ? ਆਰਕਟਿਕ ਤੁੰਦਰਾ ਦੇ ਵਿੱਚ ਮਿਲਿਆ ਸੀ। ਕਿੰਨੇ ਸਾਲਾਂ ਬਾਅਦ ਉਹ ਸੀਡ ਜਰਮੀਨੇਟ ਕੀਤਾ, ਫਲਾਵਰ ਕੀਤਾ? 10,000 ਸਾਲਾਂ ਬਾਅਦ। ਠੀਕ ਹੈ, ਤੇ ਸਭ ਤੋਂ ਰੀਸੈਂਟ ਹੈਗਾ ਗਾ ਡੇਟ ਪਾਮ ਦਾ ਫੀਨਿਕਸ ਡੈਕਟਾਈਲੀਫੈਰਾ। ਕਿੱਥੇ ਮਿਲਿਆ ਸੀ? ਕਿੰਗ ਹੈਰੋਡਸ ਪੈਲੇਸ ਨੀਅਰ ਦ ਡੈਡ ਸੀ। ਤੇ ਕਿੰਨੇ ਸਾਲਾਂ ਬਾਅਦ ਉਹ ਜਰਮੀਨੇਟ ਕੀਤਾ? 2,000 years। ਠੀਕ ਹੈ, after completing a brief account of sexual reproduction of flowering plants, it would be worth attempting to comprehend the enormous reproductive capacity of some flowering plants by asking the following questions। ठीक है, ਹੁਣ ਆਪਾਂ ਨੇ sexual reproduction of flowering plants ਤੇ ਸਭ ਕੁਝ ਦੇਖ ਲਿਆ ਹੈਗਾ ਹੈ ਨਾ, ਜਿੰਨਾ ਵੀ ਆਪਾਂ ਨੇ ਲਈ ਜ਼ਰੂਰੀ ਆ। ਠੀਕ ਹੈ, ਤਾਂ ਹੁਣ ਆਪਾਂ ਦੇਖਾਂਗੇ ਕਿ ਇੱਕ ਫਲਾਵਰਿੰਗ ਪਲਾਂਟ ਦੇ ਕੋਲ ਕਿੰਨੀ ਕੈਪੈਸਿਟੀ ਹੁੰਦੀ ਆ, ਕਿ ਉਹ ਕਿੰਨੇ ਸੀਡਸ ਬਣਾ ਸਕਦਾ, ਰਾਈਟ। ਸੈਕਸ਼ੂਅਲੀ ਰੀਪਰੋਡਿਊਸ ਕਰਨ ਦੀ ਕਿੰਨੀ ਕੈਪੈਸਿਟੀ ਹੁੰਦੀ ਆ। ਠੀਕ ਹੈ, ਉਹ ਆਪਾਂ ਕਿਹਦੇ ਨਾਲ ਅੰਦਾਜ਼ਾ ਲਗਾ ਸਕਦੇ ਹਾਂ? ਹਾਊ ਮੈਨੀ ਐਗਸ ਆਰ ਪ੍ਰੈਜ਼ੈਂਟ ਇਨ ਐਂਬਰੀਓ ਸੈਕ? ਇੱਕ ਐਂਬਰੀਓ ਸੈਕ ਦੇ ਵਿੱਚ ਕਿੰਨੇ ਐਗਸ ਪ੍ਰੈਜ਼ੈਂਟ ਹੁੰਦੇ ਆ? ਸਿਰਫ ਇੱਕੋ ਹੀ ਐਗ ਪ੍ਰੈਜ਼ੈਂਟ ਹੁੰਦਾ। ਓਕੇ, ਠੀਕ ਹੈ। ਹਾਊ ਮੈਨੀ ਐਂਬਰੀਓ ਸੈਕਸ ਆਰ ਪ੍ਰੈਜ਼ੈਂਟ ਇਨ ਐਨ ਓਵਿਊਲ? ਇੱਕ ਓਵਿਊਲ ਦੇ ਵਿੱਚ ਕਿੰਨੇ ਐਂਬਰੀਓ ਸੈਕ ਪ੍ਰੈਜ਼ੈਂਟ ਹੁੰਦੇ ਆ? ਸਿਰਫ ਤੇ ਸਿਰਫ ਇੱਕੋ ਹੀ ਹੁੰਦਾ, ਕਿਉਂਕਿ ਇੱਕੋ ਹੀ ਮੈਗਾਸਪਰ ਮਦਰ ਸੈਲ ਦੀ ਇੰਟਰੈਕਟ ਕਰਦਾ ਹੈ ਨਾ, ਨਿਊਸੈਲਰ ਸੈਲ। ਹਾਊ ਮੈਨੀ ਓਵਿਊਲਸ ਆਰ ਪ੍ਰੈਜ਼ੈਂਟ ਇਨ ਐਨ ਓਵਰੀ? ਇੱਕ ਓਵਰੀ ਦੇ ਵਿੱਚ ਕਿੰਨੇ ਓਵਿਊਲਸ ਪ੍ਰੈਜ਼ੈਂਟ ਹੁੰਦੇ ਆ? ਇੱਕ ਓਵਰੀ ਦੇ ਵਿੱਚ ਇੱਕ ਓਵਿਊਲ ਵੀ ਪ੍ਰੈਜ਼ੈਂਟ ਹੋ ਸਕਦਾ ਹੈ, ਇੱਕ ਤੋਂ ਬਾਅਦ ਵੀ ਪ੍ਰੈਜ਼ੈਂਟ ਹੋ ਸਕਦਾ ਹੈ। ਇਟ ਕੁਡ ਬੀ 1 to many। ਠੀਕ ਹੈ, ਇੱਕ ਵੀ ਹੋ ਸਕਦੇ, 10 ਵੀ ਹੋ ਸਕਦੇ, 2 ਵੀ ਹੋ ਸਕਦੇ, 3 ਵੀ ਹੋ ਸਕਦੇ। ਠੀਕ ਹੈ, ਡਿਪੈਂਡਿੰਗ ਔਨ ਸਪੀਸ਼ੀਜ਼। ਹਾਊ ਮੈਨੀ ਓਵਰੀਜ਼ ਆਰ ਪ੍ਰੈਜ਼ੈਂਟ ਇਨ ਅ ਟਿਪੀਕਲ ਫਲਾਵਰ? ਇੱਕ ਫਲਾਵਰ ਦੇ ਵਿੱਚ ਇੱਕ ਓਵਰੀ ਵੀ ਪ੍ਰੈਜ਼ੈਂਟ ਹੋ ਸਕਦੀ ਆ, ਐਂਡ ਮੈਨੀ ਓਵਰੀਜ਼ ਵੀ ਪ੍ਰੈਜ਼ੈਂਟ ਹੋ ਸਕਦੀਆਂ ਨੇ। ਠੀਕ ਹੈ, ਮੋਨੋਕਾਰਪੈਲਰੀ, ਮਲਟੀਕਾਰਪੈਲਰੀ। ਮੋਨੋਕਾਰਪੈਲਰੀ ਦਾ ਆਪਾਂ ਨੇ ਦੇਖਿਆ ਸੀਗਾ ਐਗਜ਼ਾਮਪਲ ਵੀਟ, ਪਾਰੀ, ਮੈਂਗੋ। ਮਲਟੀਕਾਰਪੈਲਰੀ ਦਾ ਆਪਾਂ ਨੇ ਦੇਖਿਆ ਸੀ ਪਪਾਇਆ, ਵਾਟਰਮੈਲਨ, ਰਾਈਟ। ਬਟ wait a minute, okay, yeah, I was thinking something, yeah, I was thinking right। ਓਕੇ, ਆਪਾਂ ਨੇ ਦੇਖਿਆ ਸੀਗਾ ਮੋਨੋਕਾਰਪੈਲਰੀ, ਮਲਟੀਕਾਰਪੈਲਰੀ। ਤੇ ਮਲਟੀਕਾਰਪੈਲਰੀ ਦੇ ਵਿੱਚ ਆਪਾਂ ਨੇ ਦੇਖਿਆ ਸੀ ਐਪੋਕਾਰਪਸ ਤੇ ਸਿੰਕਾਰਪਸ। ਸਿੰਕਾਰਪਸ ਦਾ ਆਪਾਂ ਨੇ ਐਗਜ਼ਾਮਪਲ ਦੇਖਿਆ ਸੀ ਮਾਈਸ਼ੇਲੀਆ। ਸਿੰਕਾਰਪਸ ਮੀਨਸ ਫਿਊਜ਼ਡ, ਯਾ। ਠੀਕ ਹੈ, ਤੇ ਸਿੰਕਾਰਪਸ ਦਾ ਆਪਾਂ ਨੇ ਐਗਜ਼ਾਮਪਲ ਦੇਖਿਆ ਪੈਪਾਵਰ, ਐਂਡ ਐਪੋਕਾਰਪਸ ਦਾ ਆਪਾਂ ਨੇ ਐਗਜ਼ਾਮਪਲ ਦੇਖਿਆ ਸੀਗਾ ਐਪੋਕਾਰਪਸ ਮੀਨਸ ਫ੍ਰੀ, ਰਾਈਟ, ਮਾਈਸ਼ੇਲੀਆ। ਠੀਕ ਹੈ, ਸੌਰੀ। ਠੀਕ ਹੈ, ਪਹਿਲਾਂ ਮੈਂ ਥੋੜਾ ਗਲਤ ਬੋਲਦਾ, ਆਈ ਸ਼ੁਡ ਰਿਪੀਟ ਫਰੋਮ ਦ ਬਿਗਨਿੰਗ, ਆਈ ਥਿੰਕ। ਓਕੇ, ਇੱਥੋਂ ਹੀ ਪੜ੍ਹਨਾ ਸ਼ੁਰੂ ਕਰਦੇ ਹਾਂ। ਹਾਊ ਮੈਨੀ ਐਗਸ ਆਰ ਪ੍ਰੈਜ਼ੈਂਟ ਇਨ ਐਨ ਐਂਬਰੀਓ ਸੈਕ? ਓਨਲੀ 1। ਹਾਊ ਮੈਨੀ ਐਂਬਰੀਓ ਸੈਕਸ ਆਰ ਪ੍ਰੈਜ਼ੈਂਟ ਇਨ ਐਨ ਓਵਿਊਲ? ਓਨਲੀ 1। ਹਾਊ ਮੈਨੀ ਓਵਿਊਲਸ ਆਰ ਪ੍ਰੈਜ਼ੈਂਟ ਇਨ ਐਨ ਓਵਰੀ? ਇੱਕ ਓਵਰੀ ਦੇ ਵਿੱਚ ਇੱਕ ਓਵਿਊਲ ਵੀ ਪ੍ਰੈਜ਼ੈਂਟ ਹੋ ਸਕਦਾ। ਜੇ ਇੱਕ ਓਵਿਊਲ ਪ੍ਰੈਜ਼ੈਂਟ ਹੋਊਗਾ ਤਾਂ ਉਹਦੇ ਵਿੱਚ ਸਿਰਫ ਇੱਕੋ ਹੀ ਸੀਡ ਬਣੂਗਾ, ਐਂਡ ਇੱਕ ਓਵਰੀ ਦੇ ਵਿੱਚ ਕਾਫੀ ਸਾਰੇ ਓਵਿਊਲ ਪ੍ਰੈਜ਼ੈਂਟ ਹੋ ਸਕਦੇ। ਜੇ ਕਾਫੀ ਸਾਰੇ ਓਵਿਊਲ ਪ੍ਰੈਜ਼ੈਂਟ ਹੋਣਗੇ ਤਾਂ ਉਹਦੇ ਵਿੱਚ ਕਾਫੀ ਸਾਰੇ ਸੀਡਸ ਬਣਨਗੇ, ਰਾਈਟ, ਕਿਉਂਕਿ ਜਿਹੜਾ ਸੀਡ ਆ ਉਹ ਓਵਿਊਲ ਤੋਂ ਹੀ ਬਣਦਾ। ਸੋ ਇੱਕ ਓਵਿਊਲ ਦਾ ਆਪਾਂ ਨੇ ਐਗਜ਼ਾਮਪਲ ਦੇਖਿਆ ਸੀਗਾ ਵੀਟ, ਪੈਰੀ, ਮੈਂਗੋ। ਐਂਡ ਮੈਨੀ ਓਵਿਊਲਸ ਦੇ ਆਪਾਂ ਨੇ ਐਗਜ਼ਾਮਪਲ ਦੇਖੇ ਪਪਾਇਆ, ਵਾਟਰਮੈਲਨ, ਔਰਚਿਡਸ, ਰਾਈਟ। ਹਾਊ ਮੈਨੀ ਓਵਰੀਜ਼ ਆਰ ਪ੍ਰੈਜ਼ੈਂਟ ਇਨ ਅ ਟਿਪੀਕਲ ਫਲਾਵਰ? ਇੱਕ ਫਲਾਵਰ ਦੇ ਵਿੱਚ ਇੱਕ ਓਵਰੀ ਵੀ ਹੋ ਸਕਦੀ ਆ, ਐਂਡ ਮੈਨੀ ਓਵਰੀਜ਼ ਵੀ ਹੋ ਸਕਦੀਆਂ ਨੇ। ਮੈਨੀ ਓਵਰੀਜ਼
ਦਾ ਐਗਜ਼ਾਮਪਲ ਆਪਾਂ ਨੇ ਦੇਖਿਆ ਹੈਗਾ multicarpellary ਕਹਿੰਦੇ ਆ ਹਨਾ monocarpellary if only one ovary is present in a flower multicarpellary if many ovaries are present in a flower and talking about the multicarpellary ਤਾਂ ਮਲਟੀਕਾਰਪੈਲਰੀ ਦੇ ਵਿੱਚ ਆਪਾਂ ਨੂੰ ਦੋ ਕੰਡੀਸ਼ਨਸ ਦੇਖਣ ਨੂੰ ਮਿਲਦੀਆਂ ਸੀ syncarpous and apocarpous syncarpous means fused ovaries or the fused all the ovaries are fused example was capivore right opium and apocarpous ਆਪਾਂ ਨੇ example ਦੇਖਿਆ ਸੀਗਾ that one Michelia right means the ovaries are not fused ठीक है they are free how many flowers are present in a tree enormous many flowers are not present in a tree and so on ਠੀਕ ਹੈ ਆਪਾਂ ਨੇ ਦੇਖਿਆ ਕਿ ਇੱਕ ਓਵਰੀ ਦੇ ਵਿੱਚ ਕਾਫੀ ਓਵਰੀ ਪ੍ਰੈਜ਼ੈਂਟ ਹੋ ਸਕਦੇ ਆ ਫਿਰ ਉਹਦੇ ਬਾਅਦ ਇੱਕ ਫਲਾਵਰ ਦੇ ਵਿੱਚ ਕਾਫੀ ਓਵਰੀਜ਼ ਪ੍ਰੈਜ਼ੈਂਟ ਹੋ ਸਕਦੀਆਂ ਨੇ ਆਪਾਂ ਨੂੰ ਇਹ ਤਾਂ ਪਤਾ ਸੀਡਸ ਕਿੱਥੋਂ ਬਣਦੇ ਆ ਸੀਡ ਓਵਿਊਲ ਤੋਂ ਬਣਦੇ ਆ ਤੇ ਫਰੂਟਸ ਕਿੱਥੋਂ ਬਣਦੇ ਆ ਫਰੂਟਸ ਓਵਰੀ ਤੋਂ ਬਣਦੇ ਆ ਆਪਾਂ ਇੱਕ ਫਲਾਵਰ ਦੀ ਗੱਲ ਕਰਦੇ ਆ ਨਾਲੇ ਇੱਕ ਫਲਾਵਰ ਉਹਦੇ ਵਿੱਚ ਕਾਫੀ ਸਾਰੀ ਓਵਰੀਜ਼ ਪ੍ਰੈਜ਼ੈਂਟ ਨੇ ਤਾਂ ਉਹਦੇ ਇੱਕ ਫਲਾਵਰ ਤੋਂ ਕਾਫੀ ਸਾਰੇ ਫਰੂਟਸ ਬਣ ਜਾਣਗੇ ਐਂਡ ਉਹਦੀ ਇੱਕ ਓਵਰੀ ਦੇ ਵਿੱਚ ਵੀ ਕਾਫੀ ਸਾਰੇ ਓਵਰੀਜ਼ ਪ੍ਰੈਜ਼ੈਂਟ ਨੇ ਤਾਂ ਹਰੇਕ ਫਰੂਟ ਦੇ ਵਿੱਚ ਕਾਫੀ ਸਾਰੇ ਸੀਡਸ ਵੀ ਪ੍ਰੈਜ਼ੈਂਟ ਹੋਣਗੇ ਤਾਂ ਇੱਕੋ ਹੀ ਫਲਾਵਰ ਦੇ ਵਿੱਚ ਕਿੰਨੇ ਸਾਰੇ ਸੀਡਸ ਹੋ ਗਏ ਵਾਓ ਗ੍ਰੇਟ ਐਂਡ ਇੱਕ ਟ੍ਰੀ ਦੇ ਉੱਪਰ ਤਾਂ ਕਾਫੀ ਸਾਰੇ ਫਲਾਵਰਸ ਪ੍ਰੈਜ਼ੈਂਟ ਹੁੰਦੇ ਕੈਨ ਯੂ ਥਿੰਕ ਆਫ ਸਮ ਪਲਾਂਟਸ ਇਨ ਵਿਚ ਫਰੂਟ ਕੰਟੇਨ ਵੈਰੀ ਲਾਰਜ ਨੰਬਰ ਆਫ ਸੀਡਸ ਐਨੀ ਪਲਾਂਟ ਯੂ ਕੁਡ ਥਿੰਕ ਆਫ ਜਿਹਦੇ ਵਿੱਚ ਕਾਫੀ ਸਾਰੇ ਸੀਡਸ ਪ੍ਰੈਜ਼ੈਂਟ ਹੁੰਦੇ ਆ ਫਰੂਟ ਦੇ ਅੰਦਰ you may be thinking of watermelon, papaya, orchids, or मैं say जो तो एग्जाम्पल देते हैं अगर एक फ्रूट के अंदर काफ़ी सारे सीड्स उदो ही प्रेजेंट होंगे अगर बिफोर फर्टिलाइजेशन एक ओवरी के अंदर काफ़ी सारे ओव्यूल्स प्रेजेंट होंगे राइट Orchid fruits are one such category and each fruit contains thousands of tiny seeds ठीक है orchid एक एग्जाम्पल आ ਉਹੀ ਜਿਹੇ ਫਰੂਟਸ ਦਾ ਜਿਨ੍ਹਾਂ ਦੇ ਕੋਲ ਕੀ ਆ ਇੱਕ ਫਰੂਟ ਦੇ ਅੰਦਰ ਕਾਫੀ ਸਾਰੇ ਸੀਡਸ ਪ੍ਰੈਜ਼ੈਂਟ ਹੁੰਦੇ ਆ ਕਾਫੀ ਸਾਰੇ ਛੋਟੇ ਛੋਟੇ ਸੀਡਸ ਪ੍ਰੈਜ਼ੈਂਟ ਆ orchid ਦੇ ਅੰਦਰ ਤੇ orchid ਕੀ ਆ orchid ਇੱਕ ਹੋਰ ਸਪੈਸ਼ਲ ਥਿੰਗ ਰਿਲੇਟਡ ਟੂ orchid ਹੈਗਾ ਕਾ ਮੋਨੋਕੋਟ in which endosperm is endosperm is consumed okay yeah orchid the seed ਕਿੰਦਾ exalbuminous or you can say non-albuminous or you can say non-endospermous seed ਹੁੰਦਾ ਹੈ Similar is the case in fruits of some parasitic species such as Orobanche and Striga ਠੀਕ ਹੈ ਇਹ ਬਹੁਤ ਛਿਪਿਆ ਹੋਇਆ ਰਾਜ ਆ ਕਾਫੀ ਸਾਰੇ ਬੱਚੇ ਨਾ ਜਦੋਂ ਇੱਥੇ ਇੱਦਾਂ ਮੀਨਸ ਇਟੈਲਿਕ ਫੰਟ ਦੇ ਵਿੱਚ ਲਿਖਿਆ ਹੁੰਦਾ ਨਾ ਪਲੱਸ ਟੂ ਦੀ ਸਪੈਸ਼ਲੀ ਪਲੱਸ ਟੂ ਦੀ ਬਾਰੇ ਬੁੱਕ ਦੇ ਵਿੱਚ ਤਾਂ ਉਹ ਲਾਈਨਸ ਪੜ੍ਹਦੇ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਨਾ ਬੇਫਾਲਤੂ ਦੇ ਸਵਾਲ ਹੀ ਪੁੱਛੇ ਹੋਣਗੇ ਹੈ ਨਾ ਜਿੱਦਾਂ ਕਿ ਸ਼ੁਰੂ ਦੇ ਵਿੱਚ ਸੀਗਾ ਕਿ ਤੁਸੀਂ ਫਲਾਵਰਸ ਦੇ ਨਾਮ ਲਿਖੋ ਜਿਹੜੇ ਕਲਚਰਲ ਸੋਸ਼ਲ ਰਿਲੀਜੀਅਸ ਪਰਪਸਿਸ ਦੇ ਲਈ ਯੂਜ਼ ਕੀਤੇ ਜਾਂਦੇ ਆ ਹੈ ਨਾ ਬਟ ਹੁਣ ਦੇਖੋ ਅਗਰ ਜਿਨ੍ਹਾਂ ਨੇ ਇਹ ਚੀਜ਼ ਨਹੀਂ ਪੜ੍ਹੀ ਇਹ ਸਮਝ ਕੇ ਕਿ ਇੱਥੇ ਤਾਂ ਇੱਦਾਂ ਹੀ ਬੇਫਾਲਤੂ ਦੇ ਕੁਐਸਚਨ ਪੁੱਛੇ ਹੋਣਗੇ ਤਾਂ ਉਹਨਾਂ ਦੀ ਇਹ ਸਪੈਸ਼ਲ ਲਾਈਨ ਰਹੇਗੀ ਤੇ ਫਰੂਟਸ ਦੇ ਵਿੱਚ ਠੀਕ ਹੈ ਕੁਝ ਪੈਰਾਸਾਈਟਿਕ ਸਪੀਸ਼ੀਜ਼ ਨੇ ਕੌਣ ਔਰੋਬੈਂਕੀ ਤੇ ਸਟ੍ਰਾਈਕਾ ਠੀਕ ਹੈ ਔਰੋਬੈਂਕੀ ਤੇ ਸਟ੍ਰਾਈਕਾ ਦੇ ਫਰੂਟਸ ਦੇ ਵਿੱਚ ਵੀ ਆਪਾਂ ਨੂੰ ਸੇਮ ਕੰਡੀਸ਼ਨ ਦੇਖਣ ਨੂੰ ਮਿਲਦੀ ਆ ਮਤਲਬ ਉਹਨਾਂ ਦੇ ਵਿੱਚ ਵੀ ਕਾਫੀ ਸਾਰੇ ਟਾਈਨੀ ਸੀਡਸ ਦੇਖਣ ਨੂੰ ਮਿਲਦੇ ਆ ਠੀਕ ਹੈ ਯਾਦ ਰੱਖਣਾ orchid ਤਾਂ ਮੋਨੋਕੋਟ ਆ ਤੇ ਕੁਝ ਪੈਰਾਸਾਈਟਿਕ ਸਪੀਸ਼ੀਜ਼ ਕਿਹੜੇ ਆ ਔਰੋਬੈਂਕੀ ਐਂਡ ਸਟ੍ਰਾਈਕਾ remember the names have you seen a tiny seed of ficus ठीक है ficus ਦਾ ਕਦੇ ਛੋਟਾ ਸੀਡ ਦੇਖਿਆ ficus ਦਾ ਸੀਡ ਬਹੁਤ ਛੋਟਾ ਹੁੰਦਾ ਬਟ ਉਹਦਾ ficus ਦਾ ਪਲਾਂਟ ਜਿਹੜਾ ਇਟ ਇਜ਼ enormous ਬਹੁਤ ਬਹੁਤ ਵੱਡਾ ਹੁੰਦਾ ਠੀਕ ਹੈ very huge how large is the tree of ficus developed from the that tiny seed ठीक है seed बहुत छोटा ਹੁੰਦਾ but ficus ਦਾ tree ਦੇਖੋ ਕਿੰਨਾ ਵੱਡਾ ਹੁੰਦਾ ਉਹ ਛੋਟੇ ਜਿਹੇ seed ਜਿਹੜਾ ਗਰੋ ਕਰਦਾ how many billions of seeds does each ficus tree produce ਕਾਫੀ ਜ਼ਿਆਦਾ seeds एक ficus tree produce करती है क्योंकि एक ficus tree के ऊपर बहुत सारे flowers एक flower के बहुत सारे ovaries के अंदर बहुत सारे ovaries so billions ਦੇ ਵਿੱਚ number ਚੱਲ ਜਾਂਦਾ seeds ਦਾ can you imagine any other example in which such a tiny structure can produce such a large biomass over the years ਠੀਕ ਹੈ ਕਿ ਤੁਸੀਂ ਹੋਰ ਕੋਈ ਐਗਜ਼ਾਮਪਲ ਦੇਖ ਸਕਦੇ ਜਿਹਦੇ ਵਿੱਚ ਇੱਕ ਛੋਟੇ ਜਿਹੇ ਸੀਡ ਤੋਂ ਇੱਕ ਐਡਾ ਵੱਡਾ ਟਰੀ ਗਰੋ ਕਰ ਸਕਦਾ ਹੋਵੇ ਠੀਕ ਹੈ ਕੁਝ ਹੀ ਸਾਲਾਂ ਦੇ ਵਿੱਚ ਕਾਫੀ ਵੱਡੇ ਵੱਡੇ ਟਰੀ ਆ ਜਿਹੜੇ ਸੀਡਸ ਤੋਂ ਗਰੋ ਕਰਦੇ ਲਾਈਕ eucalyptus you can see right moving on to the next topic that is apomixis and polyembryony okay complete ਕਰ ਲੈਣੇ ਇਹਨੂੰ ਨਾ ਆਪਾਂ but I'm feeling something let me